ਗੁਲਜ਼ਾਰ ਸਿੰਘ ਸੰਧੂ ਦੀ ਕਹਾਣੀ ਧੰਨੇ ਦਾ ਚਾਚਾ। ਜਿਸ ਮਾਂ ਦਾ ਇੱਕੋ ਇੱਕ ਪੁੱਤਰ ਆਪਣੇ ਹਿੱਸੇ ਦੀ ਜ਼ਮੀਨ ਵੇਚ ਕੇ ਪਰਦੇਸ ਜਾ ਵੜੇ, ਉਸ ਨਾਲੋਂ ਦੁਖਿਆਰੀ ਕੌਣ ਹੋ ਸਕਦੀ ਹੈ। ਜਿਸ ਚਾਚੇ ਦਾ ਧੀਆਂ ਦੇ ਮੂੰਹ ਤੋਂ ਦੁੱਧ ਘਿਓ ਖੋ ਖੋ ਕੇ ਪਾਲਿਆ ਭਤੀਜਾ ਆਪਣੇ ਹਿੱਸੇ ਦੀ ਜ਼ਮੀਨ ਗਹਿਣੇ ਧਰ ਦੇਵੇ, ਉਸ ਦੇ ਨਾਲੋਂ ਵੱਡਾ ਸੱਲ ਕਿਸ ਨੂੰ ਹੋ ਸਕਦਾ ਹੈ। ਅਤੇ ਜਿਨ੍ਹਾਂ ਕੁੜੀਆਂ ਦਾ ਸਕਾ ਵੀਰ ਕੋਈ ਨਾ ਹੋਵੇ ਤੇ ਤਾਏ ਦਾ ਪੁੱਤਰ ਇੱਕ ਦਿਨ ਵਿਸਾਖੀ ਵੇਖਣ ਗਿਆ, ਬਸ ਲੰਡਨ ਜਾ ਕੇ ਹੀ ਚਿੱਠੀ ਲਿਖੇ, ਉਹਨਾਂ ਦਾ ਤਾਂ ਦਿਲ ਹੀ ਪੁੱਛਿਆ ਜਾਣੀਏ। ਬੇਰੁਜ਼ਗਾਰੀ ਤੋਂ ਤੰਗ ਆਇਆ, ਬਾਹਰੋਂ ਬਾਹਰ ਪਾਸਪੋਰਟ ਬਣਵਾ ਕੇ ਧੰਨਾ ਵਲਾਇਤ ਚਲਾ ਗਿਆ। ਉਸ ਦੇ ਘਰੋਂ ਪਹਿਲੀ ਚਿੱਠੀ ਆਈ। ਉਸ ਦੀ ਮਾਂ ਉਸ ਦੇ ਗਮ ਨਾਲ ਮਰ ਗਈ ਸੀ। ਇਹ ਚਿੱਠੀ ਉਸ ਦੇ ਚਾਚੇ ਨੇ ਪਿੰਡ ਦੇ ਬਾਣੀਏ ਤੋਂ ਲਿਖਵਾ ਕੇ ਭੇਜੀ ਸੀ। ਉਹ ਲਿਖਤ ਵੀ ਪਛਾਣਦਾ ਸੀ। ਚਿੱਠੀ ਵਿੱਚ ਲਿਖਿਆ ਸੀ ਕਿ ਅੰਤ ਸਮੇਂ ਉਸ ਦੀ ਮਾਂ ਉਸ ਨੂੰ ਮਿਲਣ ਲਈ ਬੜੇ ਤਰਲੇ ਲੈਂਦੀ ਸੀ। ਚਿੱਠੀ ਪੜ੍ਹ ਕੇ ਉਹ ਪੱਥਰ ਜਿਹਾ ਹੋ ਗਿਆ। ਦੂਜੀ ਸਵੇਰ ਜਦ ਉਸ ਦੇ ਸਾਰੇ ਸਾਥੀ ਕੰਮ ਉੱਤੇ ਚਲੇ ਗਏ ਤਾਂ ਉਹ ਕਮਰੇ ਦਾ ਕੁੰਡਾ ਅੰਦਰੋਂ ਬੰਦ ਕਰਕੇ ਭੁੱਬੀ ਰੋਇਆ। ਪਰਦੇਸ ਬੈਠਿਆਂ ਨੂੰ ਤਾਂ ਵਤਨੀਆਂ ਦਾ ਮੋਹ ਨਹੀਂ ਮਾਣ ਹੁੰਦਾ। ਉਹ ਤੇ ਭਲਾ ਉਸ ਦੀ ਮਾਂ ਸੀ, ਜਿਸ ਦੀ ਅੰਦਰ ਦਾ ਉਹ ਇੱਕ ਟੁਕੜਾ ਸੀ। ਹੌਲੀ ਹੌਲੀ ਮਾਂ ਦਾ ਦੁੱਖ ਉਸ ਨੂੰ ਭੁੱਲਦਾ ਗਿਆ ਤੇ ਚਾਚੇ ਦਾ ਵਟੇਪਾ ਤੇ ਚਾਚੇ ਦੀਆਂ ਧੀਆਂ ਦੀ ਜਵਾਨੀ ਉਸ ਦੀਆਂ ਅੱਖਾਂ ਸਾਹਵੇਂ ਆਉਣ ਲੱਗੀ। ਪਹਿਲਾਂ ਹੀ ਜ਼ਮੀਨ ਵਿੱਚੋਂ ਟੱਬਰ ਦਾ ਗੁਜ਼ਾਰਾ ਨਹੀਂ ਸੀ ਚੱਲਦਾ। ਹੁਣ ਅੱਧੀ ਭੌਂ ਦੀ ਕਮਾਈ ਵਿੱਚ ਉਸ ਦਾ ਚਾਚਾ ਆਪਣੀਆਂ 5 ਧੀਆਂ ਨੂੰ ਕਿਵੇਂ ਵਿਆਹ ਸਕਦਾ ਸੀ। ਇਸ ਲਈ ਧੰਨਾ ਕਿਰਸ ਕਰਕੇ ਥੋੜ੍ਹੇ ਬਹੁਤ ਪੈਸੇ ਬਚਾਉਂਦਾ, ਪਰ ਐਨ ਭੇਜਣ ਸਮੇਂ ਇਹੀਓ ਪੈਸੇ ਉਸ ਦੇ ਕਿਸੇ ਅਜਿਹੇ ਮਿੱਤਰ ਨੂੰ ਲੋੜੀਂਦੇ ਹੁੰਦੇ ਜਿਸ ਨੂੰ ਉਹ ਨਾ ਕਰ ਸਕਦਾ। ਜੇ ਉਸ ਦੇ ਚਾਚੇ ਨੇ ਕੁੜੀਆਂ ਦੇ ਪੈਸੇ ਵੱਟ ਲਏ ਤਾਂ ਉਸ ਦੇ ਖਾਨਦਾਨ ਨੂੰ ਦਾਗ ਲੱਗ ਜਾਵੇਗਾ। ਉਹ ਸੋਚਦਾ ਤੇ ਬਹੁਤ ਹੀ ਉਦਾਸ ਹੋ ਜਾਂਦਾ। ਹੋਰ 6 ਮਹੀਨੇ ਪਿੱਛੋਂ ਉਸ ਦੇ ਚਾਚੇ ਦੀ ਇੱਕ ਹੋਰ ਚਿੱਠੀ ਆਈ, ਜਿਸ ਵਿੱਚ ਬਾਕੀ ਗੱਲਾਂ ਤੇ ਭਾਵੇਂ ਠੀਕ ਸਨ, ਪਰ ਇੱਕ ਗੱਲ ਉਸ ਨੂੰ ਚੰਗੀ ਨਾ ਲੱਗੀ ਕਿ ਉਸ ਦੇ ਚਾਚੇ ਦੇ ਇੱਕ ਹੋਰ ਕੁੜੀ ਹੋ ਗਈ ਸੀ। ਉਸ ਨੇ ਚਿੱਠੀ ਦਾ ਕੋਈ ਜਵਾਬ ਨਾ ਦਿੱਤਾ। ਹੋਰ 1.5 ਸਾਲ ਪਿੱਛੋਂ ਚਿੱਠੀ ਆਈ ਕਿ ਉਸ ਦੇ ਚਾਚੇ ਦੇ ਘਰ ਇੱਕ ਹੋਰ ਧੀ ਜੰਮ ਪਈ ਸੀ। ਉਸ ਨੇ ਕੋਈ ਉੱਤਰ ਨਾ ਦਿੱਤਾ। ਸ਼ਾਇਦ ਉਸ ਦਾ ਚਾਚਾ ਉੱਤਰ ਮੰਗਦਾ ਹੀ ਨਹੀਂ ਸੀ। 2 ਵਰ੍ਹੇ ਪਿੱਛੋਂ ਇੱਕ ਹੋਰ ਚਿੱਠੀ ਆਈ ਕਿ ਉਸੇ ਘਰ ਵਿੱਚ ਉਸ ਦੀ ਇੱਕ ਹੋਰ ਭੈਣ ਆ ਗਈ ਸੀ। ਉਸ ਦੀ ਚਾਚੀ ਨੇ ਉਚੇਚੇ ਤੌਰ 'ਤੇ ਲਿਖਵਾਇਆ ਸੀ ਕਿ ਇਹ ਕੁੜੀ ਬੜੀ ਹੀ ਸੁਨੱਖੀ ਸੀ। ਉਸ ਨੇ ਚਿੱਠੀ ਤੋਂ ਪਿੱਛੋਂ ਚਾਚੇ ਦੀਆਂ ਧੀਆਂ ਬਾਰੇ ਸੋਚਣਾ ਹੀ ਬੰਦ ਕਰ ਦਿੱਤਾ। ਇਸ ਵੇਲੇ ਵੱਡੀ ਧੀ 17-18 ਵਰ੍ਹਿਆਂ ਦੀ ਹੋ ਗਈ ਸੀ। ਇਹ ਯਾਦ ਉਸ ਦੇ ਦਿਮਾਗ ਵਿੱਚ ਚੱਕਰ ਲਾਉਂਦੀ ਰਹੀ। ਉਸ ਤੋਂ ਪਿੱਛੋਂ 3-4 ਵਰ੍ਹੇ ਉਸ ਦੇ ਚਾਚੇ ਦੀ ਕੋਈ ਚਿੱਠੀ ਨਾ ਆਈ, ਨਾ ਕਿਸੇ ਦੇ ਜੰਮਣ ਦੀ, ਨਾ ਕਿਸੇ ਦੇ ਮਰਨ ਦੀ, ਤੇ ਨਾ ਕਿਸੇ ਦੇ ਵਿਆਹ ਦੀ। ਖਬਰਸਾਰ ਤੇ ਘਰ ਦੀ ਆਉਣੀ ਹੀ ਚਾਹੀਦੀ ਸੀ, ਧੰਨਾ ਸੋਚਦਾ, ਭਾਵੇਂ ਘਰ ਵਿੱਚ ਕੋਈ ਐਸੀ ਵੈਸੀ ਗੱਲ ਹੀ ਹੋ ਗਈ ਹੋਵੇ। ਅੰਤ ਉਸਨੇ ਵੀ ਉਸੇ ਘਰ ਜਾਣਾ ਸੀ। 4 ਪੈਸੇ ਕਮਾ ਕੇ ਲਿਜਾਇਆ ਤੇ ਉਸ ਦਾ ਵਿਆਹ ਵੀ ਹੋ ਸਕਦਾ ਸੀ। ਵਿਆਹ ਵਿੱਚ ਭੈਣਾਂ ਤੋਂ ਬਿਨਾਂ ਉਸ ਦੀਆਂ ਘੋੜੀਆਂ ਕੌਣ ਗਾਏਗਾ? ਚਾਚੀ ਬਿਨਾਂ ਦਰ ਲੰਘਦਿਆਂ ਪਾਣੀ ਕੌਣ ਵਾਰ ਕੇ ਪੀਏਗਾ? ਚਾਚੇ ਬਿਨਾਂ ਉਸ ਦੀ ਬੋਟੀ ਦੇ ਡੋਲੇ ਉੱਤੋਂ ਨੋਟ ਕੌਣ ਸੁੱਟੇਗਾ? ਉਹ ਵਿਹਲੇ ਸਮੇਂ ਸੋਚਦਾ। ਫਿਰ ਇੱਕ ਦਿਨ ਉਸ ਤੋਂ ਨਾ ਹੀ ਰਿਹਾ ਗਿਆ ਤਾਂ ਉਸਨੇ ਆਪਣੇ ਚਾਚੇ ਦੇ ਨਾਂ ਇੱਕ ਬਹੁਤ ਹੀ ਮੁਹੱਬਤ ਭਰੀ ਚਿੱਠੀ ਲਿਖੀ ਤੇ ਨਾਲ ਹੀ ਵੱਡੀ ਕੁੜੀ ਦਾ ਵਿਆਹ ਕਰਨ ਲਈ ਸਰਦੇ ਬਣਦੇ ਪੈਸੇ ਵੀ ਭੇਜ ਦਿੱਤੇ। 5-6 ਮਹੀਨੇ ਉਸ ਦੀ ਚਿੱਠੀ ਦਾ ਕੋਈ ਉੱਤਰ ਨਾ ਆਇਆ। ਪੈਸੇ ਪਹੁੰਚਣ ਦੀ ਰਸੀਦ ਮਿਲੀ, ਪਰ ਉਸਨੇ ਫਾੜ ਕੇ ਨਾਲੀ ਵਿੱਚ ਸੁੱਟ ਦਿੱਤੀ ਤੇ ਉਸ ਦਿਨ ਉਸਨੇ ਆਪਣੇ ਇੱਕ ਨਜ਼ਦੀਕੀ ਦੋਸਤ ਨਾਲ ਬਹਿ ਕੇ ਰੱਜਵੀਂ ਸ਼ਰਾਬ ਪੀਤੀ ਤੇ ਫਿਰ ਆਪਣੇ ਘਰ ਦੀਆਂ, ਆਪਣੀ ਮਾਂ ਦੀਆਂ, ਆਪਣੇ ਚਾਚੇ ਦੀਆਂ ਤੇ ਆਪਣੀਆਂ ਭੈਣਾਂ ਦੀਆਂ ਗੱਲਾਂ ਕੀਤੀਆਂ। ਅਸੀਂ ਜੱਟ ਹੁੰਦੇ ਹਾਂ ਕਹਿ ਕੇ ਉਹ ਗੱਲ ਸ਼ੁਰੂ ਕਰਦਾ ਤੇ ਆਪਣੇ ਜੱਟ ਪੁਣੇ ਦੇ ਗੁਣ ਗਾਉਂਦਾ ਗੱਲ ਕਿੱਧਰੇ ਦੀ ਕਿੱਧਰੇ ਲੈ ਜਾਂਦਾ। ਆਪਣੇ ਚਾਚੇ ਬਾਰੇ ਉਸਨੇ ਦੱਸਿਆ ਕਿ ਨਿਰਾ ਉਜੱਡ ਹੈ, ਭਾਵੇਂ ਭੁੱਖਾ ਮਰਦਾ ਹੋਵੇ, ਪਿੰਡ ਆਏ ਥਾਣੇਦਾਰ ਨੂੰ ਸਲਾਮ ਨਹੀਂ ਕਹਿੰਦਾ, ਤੁਰੇ ਜਾਂਦੇ ਸਿਪਾਹੀ ਨੂੰ ਤਾਂ ਐਵੇਂ ਗਾਲ ਕੱਢ ਦਿੰਦਾ ਹੈ, ਬੈਠਾ ਬੈਠਾ ਬਾਣੀਏ ਦੇ ਹੂਰੇ ਲਾ ਦਿੰਦਾ ਹੈ, ਨਿੱਕੀ ਨਿੱਕੀ ਗੱਲ ਪਿੱਛੇ ਪਿੰਡ ਦੇ ਪਟਵਾਰੀ ਨਾਲ ਖੈਬੜ ਪੈਂਦਾ ਹੈ, ਕੇਵਲ ਗੁਰਦੁਆਰੇ ਦਾ ਭਾਈ ਹੈ ਜਿਸ ਨੂੰ ਉਹ ਭਾਈ ਜੀ ਕਹਿ ਕੇ ਬੁਲਾਉਂਦਾ ਹੈ, ਗਾਲ ਕੱਢਣ ਲੱਗਿਆ ਤਾਂ ਧਰਤ ਅਸਮਾਨ ਇੱਕ ਕਰ ਦਿੰਦਾ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਉਹ ਆਪਣੀ ਧੀ ਦੇ ਪੈਸੇ ਵੱਟੇ? ਉਹ ਅੰਤ ਨਤੀਜਾ ਕੱਢ ਕੇ ਚੁੱਪ ਹੋ ਗਿਆ। ਇਹਨਾਂ ਗੱਲਾਂ ਨੇ ਉਸ ਦੇ ਮਨ ਦਾ ਬੋਝ ਕਾਫੀ ਹੌਲਾ ਕਰ ਦਿੱਤਾ ਤੇ ਰਾਤ ਉਸ ਨੂੰ ਡਾਢੀ ਨੀਂਦ ਪਈ। 6 ਮਹੀਨੇ ਹੋਰ ਲੰਘ ਗਏ ਜਦੋਂ ਉਸ ਨੂੰ ਇੱਕ ਗੁਰਮੁਖੀ ਅੱਖਰਾਂ ਵਿੱਚ ਲਿਖੀ ਕੋਈ ਚਿੱਠੀ ਮਿਲੀ। ਉਸ ਦੇ ਪਿੰਡ ਸਾਰੇ ਉਰਦੂ ਹੀ ਪੜ੍ਹੇ ਸਨ, ਪੰਜਾਬੀ ਤਾਂ ਉਸ ਦੇ ਨਾਨਕੀ ਦਾਦਕੀ ਕੋਈ ਨਹੀਂ ਸੀ ਜਾਣਦਾ। ਉਹ ਚਿੱਠੀ ਵੇਖ ਕੇ ਹੈਰਾਨ ਜਿਹਾ ਹੋ ਗਿਆ। ਵਰਕਾ ਪਰਤ ਕੇ ਜਦ ਉਸਨੇ ਚਿੱਠੀ ਦੀ ਆਖਰੀ ਸਤਰ ਵੇਖੀ ਤਾਂ ਟੁੱਟੇ ਜਿਹੇ ਅੱਖਰਾਂ ਵਿੱਚ ਬੰਦ ਤੋਂ ਲਿਖਿਆ ਹੋਇਆ ਸੀ। ਪੰਜਾਬੀ ਧੰਨੇ ਨੂੰ ਵੀ ਚੰਗੀ ਤਰ੍ਹਾਂ ਨਹੀਂ ਸੀ ਆਉਂਦੀ ਤੇ ਇਹ ਨਾਂ ਵੀ ਉਸਨੇ ਮਸਾਂ
ਬੱਬਾ ਨੰਨਾ ਤੇ ਤੱਤਾ ਜੋੜ ਕੇ ਉਠਾਇਆ ਸੀ। ਚਿੱਠੀ ਉਸਦੀ ਭੈਣ ਬੰਤੋ ਨੇ ਲਿਖੀ ਸੀ। ਝਟਪਟ ਕਿਸੇ ਪੰਜਾਬੀ ਜਾਣਨ ਵਾਲੇ ਕੋਲ ਲਿਜਾ ਕੇ ਉਸਨੇ ਚਿੱਠੀ ਸੁਣੀ। ਪਰਮ ਪਿਆਰੇ ਵੀਰ ਧੰਨਾ ਸਿੰਘ ਜੀ, ਸੁਖਸਾਨ ਦਾ ਜ਼ਿਕਰ ਕਰਕੇ ਲਿਖਿਆ ਸੀ। ਆਪਣੇ ਰੋੜੀ ਵਾਲੇ ਟੋਭੇ ਉੱਤੇ ਜਿਹੜੇ ਬਾਬਾ ਰਹਿੰਦੇ ਸਨ ਉਹ ਸੁਰਗਵਾਸ ਹੋ ਗਏ ਨੇ ਜੀ। ਤਾਈ ਦੇ ਸੁਰਗਵਾਸ ਹੋਣ ਤੋਂ ਪਿੱਛੋਂ ਬਾਪੂ ਜੀ ਉਹਨਾਂ ਕੋਲ ਜਾਣ ਲੱਗ ਪਏ ਸੀ। ਬਾਪੂ ਜੀ ਉਹਨਾਂ ਦਾ ਜੀ ਲਾਈ ਰੱਖਦੇ ਸੀ ਜੀ। ਉਹ ਬਾਪੂ ਜੀ ਦੀਆਂ ਗੱਲਾਂ 'ਤੇ ਹੱਸਦੇ ਰਹਿੰਦੇ ਸੀ ਜੀ। ਵੀਰ ਜੀ ਉਹ ਬੜੇ ਚੰਗੇ ਸੀ ਜੀ। ਉਹਨਾਂ ਕੋਲ ਇੰਨੇ ਬੜੇ ਰੁਪਈਏ ਸੀ ਜੀ। ਬਾਪੂ ਜੀ ਉਹਨਾਂ ਦੇ ਭਗਤ ਬਣ ਗਏ ਸੀ ਜੀ। ਹੁਣ ਬਾਪੂ ਜੀ ਬਾਬਿਆਂ ਦੀ ਗੱਦੀ 'ਤੇ ਬੈਠੇ ਹੋਏ ਨੇ। ਵੀਰ ਜੀ ਮੈਨੂੰ ਤੇ ਚੰਨੋ ਨੂੰ ਗੁਜਰਪੁਰ ਵਿਆਹ ਦਿੱਤਾ ਹੈ। ਦੋਨੋਂ ਭਰਾ ਨੇ ਜੀ। ਚੰਨੋ ਦਾ ਪ੍ਰਾਹੁਣਾ ਬੜਾ ਚੰਗਾ ਹੈ ਜੀ। ਸਾਡਾ ਆਪਣਾ ਖੂਹ ਹੈ, ਖੇਤ ਵਿੱਚ ਸਾਡੀ ਹਵੇਲੀ ਹੈ, 2 ਮੱਝਾਂ ਨੇ। ਵੀਰ ਜੀ ਇੱਕ ਬੂਰੀ ਤੇ ਦੂਜੀ ਕੁੰਡੀ ਹੈ ਜੀ। ਮੈਂ ਤੇ ਚੰਨੋ ਉਸ ਦਿਨ ਤੁਹਾਨੂੰ ਚੇਤੇ ਕਰ ਬੜੀਆਂ ਰੋਈਆਂ ਸੀ। ਸਾਡਾ ਮਿਲਣ ਨੂੰ ਬੜਾ ਜੀ ਕਰਦਾ ਸੀ, ਤੁਸੀਂ ਆਉਂਦੇ ਨਹੀਂ ਜੀ। ਆਪਣੇ ਕੋਲ ਰੱਬ ਦਾ ਦਿੱਤਾ ਸਭ ਕੁਝ ਹੈ। ਰੱਬ ਛੱਪਰ ਪਾੜ ਕੇ ਦਿੰਦਾ ਹੈ। ਚੰਨੋ ਗੁਜਰਪੁਰ ਗਈ ਹੋਈ ਹੈ। ਰੋੜੀ ਵਾਲੇ ਟੋਭੇ 'ਤੇ ਪਹਿਲਾਂ ਨਾਲੋਂ ਵੀ ਬਹੁਤ ਲੋਕੀ ਆਉਂਦੇ ਨੇ। ਬਾਪੂ ਜੀ ਗਾਲਾਂ ਕੱਢਣੋਂ ਨਹੀਂ ਹਟਦੇ। ਉਹ ਫੇਰ ਵੀ ਚੜ੍ਹਾਵੇ ਚਾੜ ਜਾਂਦੇ ਨੇ। ਬਾਪੂ ਜੀ ਸਾਨੂੰ ਵੀ ਗਾਲਾਂ ਕੱਢਦੇ ਨੇ ਜੀ। ਵੀਰ ਜੀ ਉਹ ਤਾਂ ਤੁਹਾਨੂੰ ਵੀ ਗਾਲਾਂ ਕੱਢਦੇ ਨੇ। ਉਹਨਾਂ ਦਾ ਗੁੱਸਾ ਨਾ ਕਰਨਾ, ਉਹ ਤਾਂ ਰੱਬ ਨੂੰ ਵੀ ਗਾਲਾਂ ਕੱਢੀ ਜਾਂਦੇ ਨੇ ਜੀ। ਉਹ ਕਿਸੇ ਦੇ ਆਖੇ ਨਹੀਂ ਲੱਗਦੇ। ਉਂਝ ਉਹ ਪਾਗਲ ਨਹੀਂ, ਚੰਗੀਆਂ ਭਲੀਆਂ ਗੱਲਾਂ ਕਰਦੇ ਨੇ। ਅਸੀਂ ਆਪਣੇ ਝੋਟੇ ਵੇਚ ਦਿੱਤੇ ਨੇ। ਹੁਣ ਸਾਨੂੰ ਪਸ਼ੂ ਵੀ ਨਹੀਂ ਚਾਰਨੇ ਪੈਂਦੇ। ਆਪਣੇ ਗੁਰਦੁਆਰੇ ਦੇ ਭਾਈ ਸੁਰਗਵਾਸ ਹੋ ਗਏ ਨੇ ਜੀ। ਸਾਨੂੰ ਪੜ੍ਹਾਉਂਦੇ ਹੁੰਦੇ ਸੀ। ਹੰਸੋ ਜੀਤੋ ਵੀ ਮੰਗ ਦਿੱਤੀਆਂ ਨੇ। ਜਿਹੜੇ ਤੁਸੀਂ ਪੈਸੇ ਭੇਜੇ ਸੀ ਉਹ ਬਾਪੂ ਜੀ ਨੇ ਫੂਕ ਦਿੱਤੇ ਸੀ। ਉਹ ਬਾਬਿਆਂ ਵਾਂਗ ਹੀ ਕਰਦੇ ਨੇ ਜੀ। ਜਿਹੜੀ ਚੀਜ਼ ਹੱਥ ਲੱਗਦੀ ਹੈ ਫੂਕ ਦਿੰਦੇ ਨੇ। ਤੁਸੀਂ ਕਦੋਂ ਆਉਂਗੇ ਜੀ? ਆਪਣਾ ਭਾਣਜਾ ਨਹੀਂ ਦੇਖਣਾ? ਤੇ ਅੱਗੋਂ ਭੁੱਲ ਚੁੱਕ ਦੀ ਮਾफ़ੀ ਮੰਗੀ ਹੋਈ ਸੀ। ਜਾਂ ਨਿੱਕੀਆਂ ਭੈਣਾਂ ਵੱਲੋਂ ਸਤਿ ਸ਼੍ਰੀ ਅਕਾਲ ਤੇ ਚਾਚੀ ਵੱਲੋਂ ਬਹੁਤਾ ਬਹੁਤਾ ਪਿਆਰ ਸੀ। ਚਿੱਠੀ ਸੁਣ ਕੇ ਧੰਨੇ ਨੇ ਆਪਣੀ ਜੇਬ ਵਿੱਚ ਪਾ ਲਈ। ਧੰਨੇ ਨੂੰ ਜਿਵੇਂ ਯਕੀਨ ਜਿਹਾ ਨਹੀਂ ਸੀ ਆਉਂਦਾ। ਇਹ ਸਭ ਕੁਝ ਕਿਸ ਤਰ੍ਹਾਂ ਹੋ ਗਿਆ ਸੀ? ਉਹ ਪੰਜਾਬੀ ਨਹੀਂ ਸੀ ਜਾਣਦਾ, ਫਿਰ ਵੀ ਚਿੱਠੀ ਨੂੰ ਖੋਲ੍ਹ ਕੇ ਇਸ ਤਰ੍ਹਾਂ ਤੱਕੀ ਜਾਂਦਾ ਸੀ ਜਿਵੇਂ ਬੜੇ ਗੌਰ ਨਾਲ ਪੜ੍ਹ ਕੇ ਮਤਲਬ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਫਿਰ ਉਸਨੇ ਰੋੜੀ ਵਾਲੇ ਟੋਭੇ ਦੇ ਮਹੰਤ ਬਾਰੇ ਸੋਚਣਾ ਸ਼ੁਰੂ ਕੀਤਾ। ਉਹ ਤਾਂ ਜੋ ਵੀ ਉਸਨੂੰ ਮਿਲਦਾ ਸੀ ਨਸ਼ਟ ਕਰ ਦਿੰਦਾ ਸੀ। ਕੋਈ 5 ਗ੍ਰੰਥੀ ਲਿਆ ਕੇ ਦਿੰਦਾ ਤਾਂ ਵਰਕਾ ਵਰਕਾ ਕਰਕੇ ਫਾੜ ਦਿੰਦਾ। ਕੋਈ ਰੋਟੀ ਲਿਆ ਕੇ ਦਿੰਦਾ, ਕੁੱਤਿਆਂ ਨੂੰ ਪਾ ਦਿੰਦਾ। ਉਹ 5 ਗ੍ਰੰਥੀਆਂ 10 ਗ੍ਰੰਥੀਆਂ ਤੇ ਗੁਟਕਿਆਂ ਦੀ ਧੂਣੀ ਬਾਲੀ ਰੱਖਦਾ ਸੀ। ਉਸ ਨੂੰ ਆਉਂਦਾ ਜਾਂਦਾ ਹੀ ਕੀ ਸੀ? ਗੁਣ ਗਿਆਨ ਵਿੱਚ ਤਾਂ ਉਹ ਧੰਨੇ ਦੇ ਚਾਚੇ ਨਾਲੋਂ ਵੀ ਗਿਆ ਗੁਜ਼ਰਿਆ ਸੀ। ਲੋਕ ਤਾਂ ਮੂਰਖ ਸਨ ਜਿਹੜੇ ਉਸ ਦੇ ਪਿੱਛੇ ਲੱਗੇ ਹੋਏ ਸਨ। ਉਹ ਸੋਚਦਾ ਉਸ ਦਾ ਚਾਚਾ ਵੀ ਉਸੇ ਤਰ੍ਹਾਂ ਕਰਦਾ ਹੋਵੇਗਾ। ਬੁਢੇਪੇ ਵਿੱਚ ਤਾਂ ਚੰਗੇ ਭਲੇ ਬੰਦੇ ਦਾ ਦਿਮਾਗ ਫਿਰ ਜਾਂਦਾ ਏ। ਉਸ ਦਾ ਚਾਚਾ ਤੇ ਕਬੀਲਦਾਰ ਸੀ ਡਾਡਾ, ਨਾਲੇ ਸਾਧ ਤੇ ਲੁੱਚਾ ਸੀ ਨਿਰਾ। ਲੋਕ ਉਸ ਨੂੰ ਫਿਰ ਵੀ ਪੂਜਦੇ ਰਹਿੰਦੇ ਸਨ। ਠੀਕ ਹੀ ਲਿਖਦੀ ਹੈ ਬੰਤੋ, ਚਾਚੇ ਨੂੰ ਵੀ ਪੂਜਦੇ ਹੋਣਗੇ। ਉਹ ਗਾਲਾਂ ਕੱਢਣੋਂ ਨਹੀਂ ਹਟਦਾ ਹੋਣਾ। ਲੋਕਾਂ ਦਾ ਕੀ ਹੈ, ਜਿਹੜਾ ਡਰਾਵੇ ਉਸ ਤੋਂ ਡਰਦੇ ਹਨ। ਇਹ ਸਭ ਕੁਝ ਹੋ ਸਕਦਾ ਸੀ, ਪਰ ਉਹ ਸਾਧ ਕਿਉਂ ਬਣ ਗਿਆ? ਮੂਰਖ। ਉਸਨੇ ਤਾਂ ਜੱਟਾਂ ਦਾ ਨਾਂ ਬਦਨਾਮ ਕਰ ਦਿੱਤਾ। ਕਿਧਰੇ ਚਾਚੀ ਨੇ ਬੰਤੋ ਤੇ ਚੰਨੋ ਦੇ ਪੈਸੇ ਤਾਂ ਨਹੀਂ ਵੱਟ ਲਏ, ਤੇ ਜੇ ਉਹ ਗੁਜਰਪੁਰ ਦੇ ਮੁੰਡਿਆਂ ਨਾਲ ਭੱਜ ਤਾਂ ਨਹੀਂ ਗਈਆਂ ਸ਼ਾਇਦ। ਉਹ ਵਲੈਤ ਬੈਠਾ ਆਪਣੇ ਚਾਚੇ ਨੂੰ ਗਾਲਾਂ ਕੱਢਦਾ। ਜੱਟ ਤੇ ਸਾਧ ਪੂਣਾ ਕੀ ਕਹੂ? ਜੱਟ ਤਾਂ ਜਮਾਦਰੂ ਹੀ ਸਾਧ ਹੁੰਦਾ ਏ। ਜੱਟ ਨਾਲ ਦਾ ਭਗਤ ਕੌਣ ਹੈ? ਸਾਰੀ ਦੁਨੀਆ ਦੇ ਮੂੰਹ ਹੀ ਰੋਟੀ ਪਾਉਂਦਾ ਏ। ਧੰਨਾ ਊਲ ਜਲੂਲ ਜਿਹੀਆਂ ਸੋਚਾਂ ਸੋਚਦਾ ਰਹਿੰਦਾ ਤੇ ਫਿਰ ਉਹ ਬੰਤੋ ਤੇ ਚੰਨੋ ਦੇ ਪਰਿਵਾਰ ਬਾਰੇ ਸੋਚਣ ਲੱਗ ਜਾਂਦਾ। ਚੰਨੋ ਦੀ ਗੋਦੀ ਖੇਡਦੇ ਆਪਣੇ ਭਾਣਜੇ ਬਾਰੇ ਸੋਚਣ ਲੱਗ ਜਾਂਦਾ। ਆਪਣੀ ਗਹਿਣੇ ਧਰੀ ਜ਼ਮੀਨ ਬਾਰੇ ਸੋਚਦਾ, ਆਪਣੇ ਚਾਚੇ ਬਾਰੇ ਸੋਚਦਾ ਤੇ ਆਪਣੀ ਜਾਤ ਦੀ ਹੋਈ ਨਿਰਾਦਰੀ ਬਾਰੇ ਸੋਚਦਾ। ਇੱਕ ਦਿਨ ਉਸਨੇ ਆਪਣੇ ਦੇਸ਼ ਦਾ ਟਿਕਟ ਲਿਆ, ਸ਼ਾਇਦ ਇਸ ਲਈ ਕਿ ਉਹ ਪਿੰਡ ਜਾ ਕੇ ਆਪਣੇ ਚਾਚੇ ਨੂੰ ਉਸਦੇ ਜੱਟ ਹੋਣ ਦਾ ਅਹਿਸਾਸ ਕਰਵਾਏਗਾ ਤੇ ਉਸਦਾ ਮਹੰਤਪੁਣਾ ਛੁਡਵਾ ਦੇਵੇਗਾ। ਇੱਕ ਸਵੇਰ ਸਟੇਸ਼ਨ ਤੋਂ ਸਾਲਮ ਤਾਂਗਾ ਕਰਕੇ ਧੰਨਾ ਆਪਣੇ ਪਿੰਡ ਦੀ ਜੂਹ ਵਿੱਚ ਆ ਵੜਿਆ। ਅੰਗਰੇਜ਼ੀ ਢੰਗ ਦਾ ਉਸਨੇ ਕੋਟ ਪੈਂਟ ਪਾਇਆ ਹੋਇਆ ਸੀ। ਸਿਰ ਤੇ ਉਸਨੇ ਸਾਬਾਂ ਵਾਲਾ ਟੋਪ ਲਿਆ ਹੋਇਆ ਸੀ। ਹੱਥ ਵਿੱਚ ਉਸਦੇ ਇੱਕ ਛਿਟੀ ਸੀ। ਤਾਂਗੇ ਵਿੱਚ ਇੱਕ ਬਿਸਤਰਾ ਸੀ ਤੇ ਇੱਕ ਸੂਟਕੇਸ। ਉਸਦੀ ਜੇਬ ਵਿੱਚ ਪੈਸੇ ਸਨ। ਗਹਿਣੇ ਧਰੀ ਜ਼ਮੀਨ ਛਡਾਉਣ ਤੇ ਵਿਆਹ ਕਰਾਉਣ ਲਈ ਪਿੰਡ ਦੀ ਜੂਹ ਵਿੱਚ ਵੜ ਕੇ ਰਸਤੇ ਵਿੱਚ ਸਭ ਤੋਂ ਪਹਿਲਾਂ ਰੋੜੀ ਵਾਲਾ ਟੋਭਾ ਹੀ ਆਉਂਦਾ ਸੀ। ਪਹਿਲਾਂ ਆਪਣੇ ਚਾਚੇ ਨੂੰ ਹੀ ਦੇਖਾਂ, ਉਸਨੇ ਸੋਚਿਆ। ਚਾਚੇ ਤੋਂ ਪਛਾਣਿਆ ਵੀ ਨਹੀਂ ਜਾਣਾ, ਉਹ ਸੋਚਦਾ ਗਿਆ। ਰੋੜੀ ਵਾਲਾ ਟੋਭਾ ਵੀ ਆ ਗਿਆ। ਉਸਨੇ ਵੇਖਿਆ ਉਸਦਾ ਚਾਚਾ ਪਹਿਲਾਂ ਵਾਲੇ ਮਹੰਤ ਵਾਂਗ ਹੀ ਧੂਣੀ ਲਾਈ ਬੈਠਾ ਸੀ।
ਉਸ ਦੇ ਹੱਥ ਵਿੱਚ ਇੱਕ ਦਸਮ ਗ੍ਰੰਥੀ ਸੀ, ਜਿਸ ਦੇ ਵਰਕੇ ਕੱਲੇ-ਕੱਲੇ ਕਰਕੇ ਉਹ ਅੱਗ ਵਿੱਚ ਸੁੱਟੀ ਜਾ ਰਿਹਾ ਸੀ। ਲੋਕੀ ਉਸ ਨੂੰ ਮੱਥਾ ਟੇਕ ਕੇ ਤੇ ਅੱਖ ਬਚਾ ਕੇ ਚੜਾਵੇ ਵਾਲੀਆਂ ਚੀਜ਼ਾਂ ਅੰਦਰ ਇੱਕ ਕੋਠੇ ਵਿੱਚ ਰੱਖੀ ਜਾਂਦੇ ਸਨ। ਨਜ਼ਰ ਪੈ ਜਾਵੇ ਤਾਂ ਉਹ ਸ਼ਾਇਦ ਕਿਸੇ ਦਾ ਚੜਾਵਾ ਪ੍ਰਵਾਨ ਨਹੀਂ ਕਰਦਾ ਹੋਣਾ। ਧੰਨਾ ਟਾਂਗੇ ਵਿੱਚੋਂ ਛਾਲ ਮਾਰ ਕੇ ਉਤਰਿਆ। ਆਪਣੇ ਚਾਚੇ ਦੇ ਸਾਹਮਣੇ ਖਲੋ ਕੇ ਉਸਨੇ ਜੈਕਾਰਾ ਗੱਜਿਆ, "ਸਤਿ ਸ਼੍ਰੀ ਅਕਾਲ ਚਾਚਾ।" "ਓਏ ਕਿਹੜਾ ਏ ਤੂੰ ਸਾਲਿਆ ਚਾਚੇ ਦਿਆ?" "ਭੜੂਆ ਸਤਿ ਸ਼੍ਰੀ ਅਕਾਲ ਦਾ।" ਉਸ ਦੇ ਭਗਤ ਚਾਚੇ ਨੇ ਆਪਣੇ ਅੰਦਾਜ਼ ਵਿੱਚ ਪੁੱਛਿਆ। ਚਾਚੇ ਨੂੰ ਸੁਣ ਕੇ ਧੰਨਾ ਜ਼ਰਾ ਝਿਜਕ ਗਿਆ, ਕੁਝ ਆਪਣੀ ਪਿਛਲੀ ਗਲਤੀ ਕਾਰਨ ਤੇ ਕੁਝ ਚਾਚੇ ਦੇ ਹੁਣ ਦੇ ਰੁਆਬ ਕਾਰਨ। ਉਸਦੇ ਚਾਚੇ ਦਾ ਹਾਲ ਹੀ ਕੀ ਸੀ। ਸਿਹਤ ਪਹਿਲਾਂ ਨਾਲੋਂ ਚੰਗੀ ਸੀ ਤੇ ਰੁਆਬ ਪਹਿਲਾਂ ਨਾਲੋਂ ਚੌਗੁਣਾ। ਚੜਾਵੇ ਚੜਾਉਣ ਆਏ ਲੋਕ ਉਸਦੇ ਕੋਲ ਖੜੇ ਥਰ-ਥਰ ਕੰਬਦੇ ਸਨ। "ਓਏ ਬੋਲਦਾ ਕਿਉਂ ਨਹੀਂ ਸਹੁਰਿਆ, ਵਿਹੜੇ ਦਿਆ?" ਚਾਚਾ ਫਿਰ ਬੋਲਿਆ। "ਮੈਂ ਆ ਚਾਚਾ, ਧੰਨਾ ਤੇਰਾ ਭਤੀਜਾ। ਤੂੰ ਪਛਾਣਿਆ ਨਹੀਂ?" ਉਹ ਝਿਜਕ ਕੇ ਬੋਲਿਆ। "ਅੱਛਾ, ਤੇ ਪਹਿਲਾਂ ਕਿਉਂ ਨਹੀਂ ਦੱਸਿਆ ਮਾਈ ਝਾਵੇ ਦਿਆ?" ਧੰਨੇ ਦੇ ਚਾਚੇ ਨੇ ਧੰਨੇ ਦੇ ਮੂੰਹ ਵਿੱਚ ਆ ਕੇ ਕਿਹਾ। "ਮੈਂ ਤੈਨੂੰ ਗਾਲ ਹੀ ਨਾ ਕੱਢਦਾ।" ਤੇ ਉਸਨੇ ਬਾਂਹ ਤੋਂ ਫੜ ਕੇ ਧੰਨੇ ਨੂੰ ਆਪਣੇ ਕੋਲ ਬਿਠਾ ਲਿਆ। ਕੋਲ ਖੜੇ ਬੰਦਿਆਂ ਨੂੰ ਉਸਨੇ ਝਿੜਕ ਕੇ ਭਜਾ ਦਿੱਤਾ ਤੇ ਆਪ ਉਸਨੂੰ ਜੱਫੀ ਵਿੱਚ ਲੈ ਕੇ ਕਹਿਣ ਲੱਗਾ, "ਓਏ ਸਹੁਰਿਆ, ਤੂੰ ਤੇ ਬਿਲਕੁਲ ਹੀ ਨਿਰਮੋਹਾ ਹੋ ਗਿਆ। ਮੈਂ ਤੇਰੇ ਲਈ ਇੰਨਾ ਕੁਝ ਕੀਤਾ। ਜਾ ਆਪਣੀ ਚਾਚੀ ਕੋਲ ਤੇ ਮੈਂ ਰਾਤ ਨੂੰ ਆ ਕੇ ਦੱਸਾਂਗਾ ਸਭ ਕੁਝ।" ਦੂਰੋਂ ਆਉਂਦੀਆਂ ਸੰਗਤਾਂ ਨੂੰ ਵੇਖ ਕੇ ਉਸਨੇ ਮੋਹ ਮਾਇਆ ਦੀ ਜੱਫੀ ਖੋਲ੍ਹ ਦਿੱਤੀ। ਧੰਨਾ ਹੈਰਾਨ ਹੋ ਕੇ ਉਸਦੀ ਜੱਫੀ ਵਿੱਚੋਂ ਨਿਕਲ ਚੜਾਵੇ ਚੜ੍ਹਨ ਵਾਲੇ ਕੱਚੇ ਕੋਠੇ ਵਿੱਚ ਜਾ ਵੜਿਆ। ਅੰਦਰ ਜਾ ਕੇ ਉਸਨੇ ਵੇਖਿਆ ਦਾਣਿਆਂ ਦਾ ਬੋਹਲ ਲੱਗਿਆ ਪਿਆ ਸੀ। ਐਡਾ ਬੋਹਲ ਉਸਨੇ ਛੋਟੇ ਹੁੰਦਿਆਂ ਲੰਬੜਦਾਰ ਦੇ ਪਿੜ ਵਿੱਚ ਵੇਖਿਆ ਸੀ, ਜਿਸ ਦੀ 1000 ਬਿੱਗੇ ਜ਼ਮੀਨ ਸੀ। "ਲੈ ਵੀ ਜਾ ਹੁਣ ਆਪਣੇ ਤਾਂਗੇ ਨੂੰ ਮਾਈ ਝਾਵਿਆ," ਬਾਹਰੋਂ ਚਾਚੇ ਦੀ ਆਵਾਜ਼ ਆਈ। ਧੰਨਵਾਦ।